مجھے تقسیم کی خونی لکیریں یاد ہیں اب تک، مجھے ظلم و شقاوت کی نظیریں یاد ہیں اب تک، مجھے ارزانی خون مسلماں یاد ہیں اب تک، مجھے بربادی رنگے گلستاں یاد ہیں اب تک۔ پوچھو نہ ماجرائے غم، اجڑے ہیں کس طرح سے ہم، گھر کا چراغ کیا بجھا گھر ہی اجڑ گیا۔ ਬਾਬਾ ਜੀ ਨੇ ਸਾਨੂੰ ਆਪਣੀ ਕਹਾਣੀ ਉਰਦੂ ਵਿੱਚ ਸੁਣਾਈ। ਮੈਂ ਉਹਨਾਂ ਨੂੰ ਕਹਾਣੀ ਸੁਣਾਉਂਦਿਆਂ ਹੋਇਆਂ ਵਿੱਚੋਂ ਨਹੀਂ ਟੋਕਿਆ, ਕਿਉਂ ਜੇ ਅਗਰ ਮੈਂ ਉਹਨਾਂ ਨੂੰ ਇਹ ਗੱਲ ਕਰਦਾ ਕਿ ਕਹਾਣੀ ਉਰਦੂ ਦੀ ਬਜਾਏ ਪੰਜਾਬੀ ਵਿੱਚ ਸੁਣਾਓ ਤੇ ਫਿਰ ਹੋ ਸਕਦਾ ਸੀ ਕਿ ਉਹ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਨਾ ਕਰ ਸਕਦੇ। ਬਾਬਾ ਜੀ ਗੋਜਰਾ ਦੇ ਮਸ਼ਹੂਰ ਮਾਰੂਫ ਰਫੀਕ ਸੈਂਟਰ ਉੱਤੇ ਨਹਾਇਤ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ। ਉਹਨਾਂ ਦੇ ਮਾਸ਼ਾਅੱਲਾ 4 ਬੇਟੇ ਨੇ। ਸਭ ਤੋਂ ਬੜੇ ਬੇਟੇ ਅਮਰਾਨ ਅब्बास ਤਾਲੀਮ ਦੇ ਸ਼ੋਬੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਆਪਣਾ ਸਕੂਲ ਹੈ ਜਿਹਦੇ ਵਿੱਚ ਬੱਚਿਆਂ ਨੂੰ ਬੜੀ ਮਿਹਨਤ ਨਾਲ ਤਾਲੀਮ ਦਿੰਦੇ ਨੇ। ਬਾਬਾ ਜੀ ਦੇ ਦੂਸਰੇ ਬੇਟੇ ਅਰਫਾਨ ਅब्बास ਨੂੰ ਉਹਨਾਂ ਦੇ ਵਾਲਦ ਦੀ ਦਿਆਨਤਦਾਰੀ ਨੂੰ ਵੇਖਦਿਆਂ ਹੋਇਆਂ ਰਫੀਕ ਸੈਂਟਰ ਵਾਲਿਆਂ ਨੇ ਮੁਲਾਜ਼ਮਤ ਦਿੱਤੀ ਤੇ ਇਹ ਵੀ ਨਹਾਇਤ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਨੇ। ਬਾਬਾ ਜੀ ਦੇ ਤੀਸਰੇ ਬੇਟੇ ਰਜ਼ਵਾਨ अब्बास ਅਟਾਮਿਕ ਐਨਰਜੀ ਦੇ ਸ਼ੋਬੇ ਨਾਲ ਵਾਬਸਤਾ ਨੇ ਤੇ ਬਾਬਾ ਜੀ ਦੇ ਚੌਥੇ ਬੇਟੇ ਹਾਫਿਜ਼ ਸਫਿਆਨ अब्बास NRTC ਦੇ ਸ਼ੋਬੇ ਨਾਲ ਵਾਬਸਤਾ ਨੇ। ਲਓ ਫਿਰ ਸੱਜਣੋ, ਮਿੱਤਰੋ, ਬੇਲੀਓ, ਵੀਰੋ ਤੇ ਭਰਾਵੋ, ਅੱਜ ਅਸੀਂ ਬੈਠੇ ਹੋਏ ਹਾਂ ਪੰਜਾਬ ਦੇ ਜ਼ਿਲ੍ਹਾ ਟੋਬਾ ਟੈਕ ਸਿੰਘ ਦੀ ਤਹਿਸੀਲ ਗੋਜਰਾ ਦੇ ਵਿੱਚ ਤੇ ਜਿਸ ਮੁਹੱਲੇ ਦੇ ਵਿੱਚ ਅਸੀਂ ਬੈਠੇ ਹਾਂ ਇਹਨੂੰ ਅਜ਼ੀਜ਼ ਕਲੋਨੀ ਕਹਿੰਦੇ ਆ। ਇਹ ਬੜੀ ਗੋਜਰੇ ਦੀ ਮਸ਼ਹੂਰ ਮਾਰੂਫ ਕਲੋਨੀ ਹੈ। ਇੱਥੇ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਸਨ 1947 ਦਾ ਵੇਲਾ ਆਪਣੀ ਅੱਖਾਂ ਨਾਲ ਵੇਖਿਆ ਤੇ ਆਪਣੇ ਜੁੱਸੇ ਉੱਤੇ ਹੰਢਾਇਆ। ਇਹ ਉਹ ਗੱਲਾਂ ਯਾਦ ਕਰਕੇ ਅੱਜ ਵੀ ਇਹਨਾਂ ਦੀ ਅੱਖਾਂ ਵਿੱਚ ਆਂਸੂ ਵੀ ਆ ਜਾਂਦੇ ਨੇ ਔਰ ਇਹਨਾਂ ਦਾ ਦਿਲ ਬਹੁਤ ਦੁਖਦਾ ਵਾ ਉਹ ਵੇਲਾ ਵੇਖ ਕੇ। ਇਹਨਾਂ ਦੇ ਖਾਨਦਾਨ ਦੇ ਅਕਸਰ ਜਿਹੜੇ ਬੰਦੇ ਸੀ ਉਹ ਸ਼ਹੀਦ ਹੋ ਗਏ। ਇਹ ਇਕੱਲੇ ਹੀ ਇੱਥੇ ਪਹੁੰਚੇ ਨੇ। ਬਾਕੀ ਗੱਲਾਂ ਅਸੀਂ ਸਾਰੀਆਂ ਬਜ਼ੁਰਗਾਂ ਦੇ ਕੋਲੋਂ ਪੁੱਛਾਂਗੇ ਤੇ ਇਹ ਸਾਨੂੰ ਇਹਨਾਂ ਦੇ ਕੋਲੋਂ ਜਿਹੜੀ ਵੀ ਮਾਲੂਮਾਤ ਹਾਸਲ ਹੋਏਗੀ ਉਹ ਤੁਹਾਡੇ ਤੱਕ ਸਾਡੇ ਚੈਨਲ ਦੇ ਥਰੂ ਪਹੁੰਚੇਗੀ। ਤੇ ਚਲੋ ਫਿਰ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਆਪਣਾ ਨਾਂ ਦੱਸਿਓ ਪੂਰਾ। मेरा नाम मोहम्मद अब्बास है जी। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? मौलाना अब्दुल जब्बार साहब। ਤੇ ਤੁਹਾਡੇ ਦਾਦਾ ਜੀ ਦਾ ਨਾਮ? मौलाना अब्दुल्ला साहब। ਅੱਛਾ, ਇਹ ਆਪਣਾ ਪਿੰਡ ਕਿਹੜਾ ਸੀ? कुद्दू वाला जी। ਅੱਛਾ, ਤੇ ਉਹਨੂੰ ਤਹਿਸੀਲ ਕਿਹੜੀ ਲੱਗਦੀ ਸੀ? तहसील ज़ीरा, ज़िला फिरोजपुर। ਹਾਂਜੀ, ਬੜੀ ਮਸ਼ਹੂਰ ਮਾਰੂਫ ਤਹਿਸੀਲ ਆ ਜ਼ੀਰਾ। ਤੇ ਉੱਥੇ ਆਪਣਾ ਪਿੰਡ ਵਿੱਚ ਕਿਹਨਾਂ ਦੀ ਤਾਦਾਦ ਬਹੁਤੀ ਸੀ? ਮੁਸਲਮਾਨ ਸੀ ਜਾਂ ਸਿੱਖ ਜ਼ਿਆਦਾ ਰਹਿੰਦੇ ਸਨ? ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀਗਾ। ਅੱਛਾ ਬਾਕੀ ਇਰਦ ਗਿਰਦ ਜਿਹੜੇ ਸੀ ਉਹ ਸਿੱਖ ਵਗੈਰਾ ਰਹਿੰਦੇ ਸੀਗੇ। ਅੱਛਾ, ਜੀ। ਤੇ ਤੁਹਾਨੂੰ ਯਾਦ ਕੋਈ ਆਲ ਦੁਆਲ ਵਾਲੇ ਪਿੰਡ ਕਿਹੜੇ ਕਿਹੜੇ ਤੁਹਾਨੂੰ ਲੱਗਦੇ ਸਨ? ਨਹੀਂ, ਮੈਂ ਬਚਪਨ 'ਚ ਪਤਾ ਨਹੀਂ ਮੈਨੂੰ ਕਿਹੜੇ ਕਿਹੜੇ ਪਿੰਡ ਲੱਗਦੇ ਸੀ, ਹੁਣ ਮੈਨੂੰ ਯਾਦ ਨਹੀਂ ਹੈਗਾ, ਨਾ ਹੀ ਮੈਨੂੰ ਪਤਾ ਸੀਗਾ ਪਿੰਡ ਕਿਹੜੇ ਕਿਹੜੇ, ਨਾ ਮੈਂ ਕਦੀ ਗਿਆ ਨਾ ਪਿੰਡਾਂ ਦੇ ਵਿੱਚ। ਲੇਕਿਨ ਉਹ ਹਾਲਾਤ ਜਿਹੜੇ ਨੇ ਨਾ ਉਹ ਮੈਨੂੰ ਯਾਦ ਨੇ। ਆਪਣੇ ਪਾਕਿਸਤਾਨ ਬਣਦਾ ਵੀ ਕਿਸ ਤਰੀਕੇ ਨਾਲ ਮੈਂ ਦੇਖਿਆ, ਕਿਵੇਂ ਕਿਵੇਂ ਮੈਂ ਆਇਆ, ਕਿੱਥੋਂ ਕਿੱਥੋਂ ਲੰਘ ਕੇ ਆਇਆ, ਕਿਸ ਤਰ੍ਹਾਂ ਹਾਲਾਤ ਹੈ, ਉਹ ਮੈਨੂੰ ਜ਼ਿਹਨ 'ਚ ਨੇ ਬਸ। ਕਿਉਂ ਛੋਟੀ ਉਮਰ ਸੀਗੀ, 6 ਸਾਲ ਦਾ ਸੀਗਾ, ਦਿਹਾਤਾਂ ਦਾ ਰਹਿਣ ਵਾਲਾ ਸੀਗਾ ਤੇ ਫਿਰ ਉਹਦੀ ਵਜ੍ਹਾ ਨਾਲ ਨਾ ਜੀ ਹੋਰ ਮੈਂ ਕਿਸੇ ਨੂੰ ਜਾਣ ਆਉਣ ਦਾ ਨਹੀਂ ਸੀ, ਜਾ ਕਿਸੇ ਪਾਸੇ ਦਾ ਵਾਕਫੀ ਤਾਰਫ ਨਹੀਂ ਸੀਗਾ। ਤੇ ਸੌਦਾ ਸੂਦਾ ਜਿਹੜਾ ਤੁਸੀਂ ਘਰ ਦਾ ਸੀ ਉਹ ਤੁਹਾਡੇ ਆਪਣੇ ਪਿੰਡ 'ਚੋਂ ਹੀ ਮਿਲ ਜਾਂਦਾ ਸੀ ਜਾਂ ਕਿਤੇ ਬਾਹਰੋਂ ਲੈਣ ਜਾਂਦੇ ਹੁੰਦੇ ਸਨ? ਕੀ ਚੀਜ਼ ਜੀ? ਸੌਦਾ ਸੂਦਾ ਘਰ ਦਾ? ਉਹ ਮਤਲਬ ਇਹ ਨਾਲ ਇੱਕ ਜਗ੍ਹਾ ਸੀ ਮਹੂ, ਅੱਛਾ, ਜਾਂ ਉੱਥੋਂ ਲੈ ਕੇ ਆਉਂਦੇ ਹੁੰਦੇ ਸਨ ਤੇ ਬਾਕੀ ਦਿਹਾਤ ਥੋੜ੍ਹਾ ਬਹੁਤਾ ਦੁਕਾਨਾਂ ਨਿੱਕੀਆਂ ਮੋਟੀਆਂ ਹੁੰਦੀਆਂ ਨੇ ਉਹ ਉੱਥੇ ਹੀ ਸੌਦਾ ਲੈ ਲੈ, ਖਾਣ ਪੀਣ ਦਾ ਲੈ ਲੈਂਦੇ ਸੀ। ਅੱਛਾ ਜੀ ਹਾਂ। ਤੇ ਤੁਹਾਡੇ ਪਿੰਡ ਵਿੱਚ ਮਸਜਿਦਾਂ ਕਿੰਨੀਆਂ ਸਨ? ਮਸਜਿਦ ਸਾਡੀ ਇੱਕੋ ਹੀ ਸੀਗੀ, ਪੱਕੀ ਵੱਡੀ ਮਸਜਿਦ ਸੀਗੀ। ਉਹ ਮਸਜਿਦ ਜਿਹੜੀ ਸੀਗੀ ਇੱਕੋ ਹੀ ਮਸਜਿਦ ਸੀਗੀ, ਹੋਰ ਕੋਈ ਮਸਾਜਿਦ ਨਹੀਂ ਸੀਗੀਆਂ। ਅੱਛਾ, ਇਖਤਲਾਫ ਇੱਕੋ ਮਸਲਕ ਦੇ ਬੰਦੇ ਰਹਿੰਦੇ ਸੀਗੇ ਸਾਰੇ, ਉੱਥੇ ਅਹਿਲ ਹਦੀਸ ਰਹਿੰਦੇ ਸੀਗੇ। ਉਹੀ ਦਾਦਾ ਜੀ ਨੇ ਕੀਤੇ ਸੀ, ਸਾਰੇ ਉਹੀ ਰਹਿੰਦੇ ਸੀਗੇ। ਅੱਛਾ, नहमदुहु नसल्ली अला रसूलिहिल करीम। मुझे पहले तो आपके आने की बड़ी ज़्यादा खुशी है कि आप बड़े मेहनत करके यहाँ आए हैं। तो बात यह है कि हमारा जो सिलसिला था देहात का मैं रहने वाला था। पाकिस्तान जब बना तो हमें तो कोई मालूम नहीं, लेकिन सुनते ये थे
کہ پاکستان کا مطلب کیا ہے لا الہ الا اللہ، کہ مسلمانوں کی ایک ایسی جگہ ہوگی جہاں نظام اسلام ہوگا۔ لیکن یہ بات سننے کے بعد جب حالات آئے نا تو بہت ہی سنگین حالات تھے۔ ان حالات میں ہمارا جو گزرنا کرنا بڑا ہی مشکل ہو گیا۔ باپردہ ہمارے گھر میں عورتیں خواتین تھیں، لیکن وہ بے پردہ ہو گئی بیچاری۔ ہوا یہ کہ جب ارد گرد کو سکھوں کے دیہات تھے، ہمارے گاؤں کے جو ارد گرد تھے، ان دیہاتوں میں ان لوگوں کے گھروں کو آگ لگا دی گئی۔ وہ بیچارے جلد بھاگ وہاں سے نکلے۔ ہمارا جو گاؤں تھا نا وہ پورا مسلمانوں کا گاؤں تھا، اس میں کوئی ہندو یا سکھ وغیرہ نہیں رہتے تھے۔ وہ لوگ یہ سمجھ کر کے شاید وہاں بہتر ہوگا، وہ وہاں سے ہمارے گاؤں میں آ گئے، وہاں ٹھہرے۔ جو قریبی جو گاؤں تھے نا، ایک خاص ہمارا خاص گاؤں کا قریبی گاؤں تھا، اس کا نام مٹھے تھا۔ وہ مٹھے گاؤں میں بھی انہوں نے حملہ کر دیا، لوگوں کو مارا بھگایا۔ وہاں سے لوگ بھی بھاگ کر ہمارے گھر میں آ گئے۔ ہمارے گھر میں یا کہ لوگوں کو تعارف تھا، سب کو آتے جاتے تھے، اس لیے وہ ادھر ہی آئے، رجوع کیا ان لوگوں نے۔ الحمدللہ ہم بھی خوف کی وجہ سے کہ گھروں کو آگ لگا دیتے کہ گھر میں لیٹے نہ ختم ہو جائیں، ہم نے رات باہر گزاری، دیہات میں باہر جو کھیتوں میں گزاری رات میں۔ اس کے بعد تھوڑے دنوں بعد وہاں سے یہ کچھ لوگ چلے جن کو معلومات تھا، اس میں ہمارے کو قریبی رشتہ دار بھی تھے، جنہوں نے کہا کہ اب یہ ملک ہمارا نہیں رہا، اب یہ سکھوں ہندوؤں کا ملک ہے، بن گیا ہے، تو آپ یہاں سے چلے جائیں، آؤ ہمارے ساتھ گاڑی میں بیٹھ کر ہم چلے جائیں پاکستان میں۔ لیکن وہ پاکستان میں کیا، ان کو وہ جو گاڑی میں گئے تھے لوگ، کہیں تو قتل کر دیا گیا، شہید کر دیا گیا، اور تھوڑے سے بچ گئے جو وہ پاکستان میں پہنچے تھے۔ اس کے علاوہ ہمارے والد صاحب جو تھے وہ کہنے لگے کہ یہ کوئی اتنی بڑی بات نہیں ہے، یہ تو چند دنوں کا یہ ہنگامہ سا ہے، یہ ختم ہو جائے گا، یہ اتنی زمینیں، یہ بھینسیں، یہ سامان، یہ چیزیں کہاں اٹھا کے لے کے جائیں گے، کیسے ہو سکتا ہے یہ۔ وہ انہوں نے کوئی تھوڑی سی ضد کی، بجائے اس سے کہ ادھر آنے کے ہم ریاست کرپورتھلے میں چلے گئے کہ وہاں کچھ امن ہے۔ وہاں کچھ دیر ٹھہرے، لیکن وہاں پر بھی انہوں نے کہا کہ چلو بھائی یہاں سے یہاں نہیں ٹھہرنا، پھر وہ چلے وہاں سے۔ اب چلتے چلتے پھر وہ جو دریا تھے نا بڑے بڑے، وہ پار کر کے ہم نے یہاں ایک جگہ ٹھہر گئے۔ وہاں وہ جو ہمارے قافلے کا سربراہ تھا، اس کا نام مہندی خان تھا، اس نے کو 3-4 دن وہاں قیام کیا کہ ہم ان سے بات کرتے ہیں تو ہمیں جانے دیں گے۔ تو وہ اتنے میں اس نے پیسے اکٹھے کیے، وہ کچھ ان کو دیے، کچھ اپنے لیے بیٹھ کر پاکستان میں آ گیا۔ ادھر سے 2-3 دن کے بعد وہ لوگ سکھ اور ہندو عیسائی بھی ان کے ساتھ مل کر اکٹھے ہو گئے۔ انہوں نے صبح ہی حملہ کر دیا۔ اس حملے میں قتل و غارت ہوئی، مارا گیا، پیٹا گیا، لوگ بھاگے۔ جو خواتین تھی انہوں نے اپنی عزتیں بچانے کے لیے ایک نہر تھی اس میں چھلانگیں لگا گئی۔ میری والدہ بھی اس میں شامل تھی، میری ہمشیرہ بھی اس میں شامل تھی، میں بھی شامل تھا، بھائی بھی شامل تھے۔ ہم گھر کے 6 افراد تھے اور 6 افرادوں نے وہاں نہر میں چھلانگیں لگا دی۔ اس تھوڑی دیر بعد وہ بھائی جو گزرنے لگا نا، وہ قداور تھا، وہ چھوٹے بھائی کو پکڑا اس نے، اس کو 2 خواتین نے آ کر پکڑ لیا اپنی جان بچانے کے لیے۔ وہ بے ہوش ہو گیا، بچہ ہاتھ سے گر گیا میرے سامنے، وہ بیچارہ شہید ہو گیا۔ آپ کا چھوٹا بھائی جو تھا جی وہ شہید ہو گیا۔ اس کے بعد میں پھر جو تھا نا جی، آہستہ گرتا برتا ڈوبتا، کبھی کیسے ہوتا پانی میں، ایک کنارے میں جاگ لگا، لیکن پار نہیں ہوا تھا۔ ابھی میں وہاں بیٹھا رہا، تھوڑی دیر بیٹھنے کے بعد جب میں گزرا تو وہ بچوں سے، عورتوں سے، آدمیوں سے آدمیوں کی نہر بھر گئی تھی۔ ان لاشوں کے اوپر میں پیدل، ان کی لاشوں سے اوپر میں گزر کر نہر پار کی۔ لاشوں میں پیر رکھ کے تسی یعنی جی آپ وہاں پاؤں رکھ کر ان پر لاشوں کے پھر میں نے نہر پار کی۔ ان حالات میں پھر میں پتہ نہیں چلتا تھا اب کدھر جانا ہے، کہاں جانا ہے۔ جس طرف لوگ جا رہے تھے میں بھی اسی طرف چل دیا۔
आगे मुझे गांव वाले कुछ आदमियों ने पहचान लिया, उसने मेरा बाजू पकड़ लिया, मैं उनके साथ हो लिया। हम दिन को तो छुप जाते थे, रात को चलते थे ताकि दुश्मन हमें कुछ मारे ना या करे। लेकिन इस दौरान में भी कई दफ़ा हम पर हमला हुआ, लेकिन कुछ छोड़ दिया गया। कुछ औरतों को ले गए, वहाँ से खींच कर भी ले गए, कुछ ने अपनी बालियों वाले जेवर वगैरह उतार कर दिए। जुल्म वाली बात ये थी कि कोई बच्चा नहीं रो सकता था। किसी और ख़वातीन के पास बच्चा होता था तो उसको कहते थे कि इसको फेंक दो, ये रोएगा, हमारा पता चल जाएगा, हम छुपे बैठे हैं, हमारी जानें बच जाएंगी। वो उसको भी छोड़ देते थे। हाँ जी जी जी, बहुत औखा वेला। हाँ जी, बड़ा ये मुश्किल, ये ऐसा मौका था कि हम आप बयान नहीं कर सकता मैं। वो अब बात करने में वहाँ मौके पर बड़ा फ़र्क है। फिर ये नहीं है, फिर हम जब रात को चलते थे ना तो मुझे आवाज़ें आती थी, हू हू की आवाज़ें आती थी। किसी का सिर कटा हुआ है, किसी का बाजू कटा हुआ है, किसी का पेट फटा हुआ है। वो सारे जितने पड़े थे ना, वो ज़ख्मी चिल्ला रहे थे, हू हू की उनकी आवाज़ थी। उनको कोई पानी देने वाला नहीं था, उनको कोई पूछने वाला नहीं था। ये ऐसे उन्होंने ज़ालिमाना काम किया कि वो बहुत परेशानी के हालात में हमें वहाँ से निकलना पड़ा। चलते चलते आखिर हम रात को चलते थे। मैं ये 10-12 दिन का ये जो काम चलते रहे ना पैदल, लेकिन मैं भूखा रहा, मैं कुछ खाता नहीं था, क्योंकि घर में फरावानी थी। मैं 6-7 साल का था, मैं कुछ खाता नहीं था। मक्खन के साथ रोटी या अच्छी ग़िज़ा जो मीठे के साथ खानी, मैं नहीं मिर्च वगैरह खाता था। इतने दिनों मैं भूखा ही रहा, मैं कोई खाया पिया नहीं, सिर्फ पानी पर गुजारा किया। यानी जिद्दां दी चंगी ग़िज़ा तुसीं खानी गिज्जे सी, वो नहीं सी लभदी, वो ग़िज़ा नहीं सी मिल रही, तो मैं क्या कहाँ करता, पर पानी पी कर गुजारा किया। इतने ही हम 10-12 दिनों के बाद, काफ़ी दिनों के बाद हमें मालूम हुआ कि फ़ौज आई हुई है, वो ऐसे लोगों को इकट्ठा कर रही है। तो वो जो हमारे साथी थे, उनसे मिलकर वो वहाँ चले गए। वहाँ उन्होंने एक माल गाड़ी रखी हुई थी, उस माल गाड़ी पे बैठकर पाकिस्तान आ गए। मैं जब पाकिस्तान आया, मेरे गल में कमीज़ में नहीं था, पाँव में जूता नहीं था, सिर्फ़ एक चादर थी जो मैंने बांधी हुई थी। सर्दी लगती तो ऊपर ले लेता था, गर्मी होती थी तो बांध लिया करता था। इन हालात में हम पाकिस्तान आए, लेकिन पाकिस्तान में आने के बाद जो हमें कहा जाता था वो हमने नहीं पाया। पाकिस्तान का मतलब क्या, ला इलाहा इल्लल्लाह, वो कोई चीज़ ऐसी नहीं। सब हमने देखा, जितनी हुकूमतें आई हैं, मुझे अफसोस से एक बात कहनी पड़ेगी कि जितनी हुकूमतें आई हैं उन्होंने सब ने अपनी गर्ज़ वग़ायत के सामने रखी, लेकिन वो मकसद जो ज़िंदगी कैद आज़म का जो नस्बुलैन था वो नहीं अपनाया किसी ने। ये बात थी जी। और आपने को पूछना तो पूछ ले, मैंने बात तकरीब कर ली। ਅੱਛਾ, ਜਦੋਂ ਤੁਸੀਂ ਘਰੋਂ ਚੱਲੇ ਸੀਗੇ, ਤੁਹਾਡੇ ਘਰ ਦੇ ਨਾਲ ਤੁਸੀਂ 6 ਫਰਦ ਸੀਗੇ 6 फर्द से, ਤੇ ਬਾਕੀ ਸਾਰੇ ਸ਼ਹੀਦ ਹੋ ਗਏ, बाकी सब शहीद हो गए। ਸਿਰਫ ਇਕੱਲੇ ਜਿਹੜੇ ਤੁਸੀਂ ਪਹੁੰਚੇ ਇੱਥੇ। मैं आया, मेरा भाई ਜਿਹੜਾ ਸੀ ਨਾ ਬੜਾ, ਉਹਨੂੰ ਉਹ ਆਪਣੇ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ। ਉਹ ਚੁੱਕ ਜਰਾ ਬੜਾ ਸੀਗਾ, ਉਹਨਾਂ ਨੇ ਆਪਣੇ ਨਾ हैवानात के साथ रख लिया कि उनको चराए रहेगा। ਯਾਨੀ ਉਹ ਡੰਗਰ ਚਾਰਨ ਲਈ ਰੱਖ हाँ ਲਿਆ जी, ਉਹਨਾਂ हाँ ਨੂੰ। संसार करके। अच्छा। जी हाँ जी। तो वो कुछ 6 माह बाद आया, ਅੱਛਾ, 6 ਮਹੀਨੇ ਬਾਅਦ ਫਿਰ ਉਹ ਆ ਗਏ 6 ਇੱਥੇ। महीने बाद आए। ਅੱਛਾ वो भी ऐसे उसको मालूम हुआ कि फ़ौज आई हुई है, अच्छा। वो उनको धक्के धुक्के देकर बड़ा बजदा दौड़ कर आकर फ़ौज के पास आ गया। फ़ौज उसको लेके आ गया पाकिस्तान। ਬੜੇ ਯਾਨੀ ਕਿ ਮੁਸ਼ਕਲ ਹਾਲਾਤ ਚੋਂ ਵੀ ਨਿਕਲ हाँ ਗਏ जी, ਉੱਥੋਂ वही ਆਏ। हाँ जी। ਅੱਛਾ ਤੇ बाकी तो हालात वही थे ना। ਅੱਛਾ, ਪਹਿਲਾਂ ਜਦੋਂ ਤੁਸੀਂ ਉੱਥੋਂ ਮਤਲਬ ਚੜ੍ਹੇ ਹੋ ਟ੍ਰੇਨ ਦੇ ਉੱਤੇ, ਉਹ ਫਿਰ ਆਪਣਾ ਲਾਹੌਰ ਆਈ ਹੋਣੀ ਹੈ ਟ੍ਰੇਨ। वो कसूर आई जी। ਅੱਛਾ, ਕਸੂਰ ਆਈ ਸੀਗੀ। हाँ ठीक है। कसूर है। फिर कसूर आए, कसूर मेरे चाचा जी हेड मास्टर सीगे, ਅੱਛਾ। बस फिर मैं तो उन्होंने को चला गया। ਤੇ ਫਿਰ ਉਹਨਾਂ ਕੋਲ ਫਿਰ ਕਿੰਨੀ ਦੇਰ ਰਹੇ ਤੁਸੀਂ? उन्होंने को मैं कोई थोड़े चिर रहा, बस उस तक प्राइमरी उत्थे उन्होंने को पास की मैं। ਅੱਛਾ, जी। ਤੇ ਫਿਰ ਉਸ ਤੋਂ ਬਾਅਦ उस तो बाद फिर यतीमी आदि हालात में होंगे, कदी किते कदी किते कदी किते, कितना भी कम करते रहे, फिरते रहे, चलते रहे। ਅੱਛਾ, अल्लाह ताला का एहसान है ਤੇ बस। ਤੁਸੀਂ ਫਿਰ ਕਿੰਨੀ ਤਾਲੀਮ ਹਾਸਲ ਕੀਤੀ?
ਮੈਂ ਮਿਡਲ ਕੀਤਾ ਜੀ। ਅੱਛਾ ਜੀ ਹਾਂ। ਤਾਲੀਮ ਤਾਂ ਉਸ ਵੇਲੇ ਮਤਲਬ ਇਹ ਨਹੀਂ ਸੀ ਨਾ ਕੋਈ ਪੜ੍ਹਾਉਂਦਾ ਜਾਂ ਕਰਦਾ ਤਾਂ ਫੇਰ ਹੀ ਹਾਸਲ ਹੁੰਦੀ ਨਾ, ਤੇ ਇਸ ਵਾਸਤੇ ਉੱਥੇ ਨਹੀਂ ਸੀ। ਮਤਲਬ ਇਕੱਲੇ ਕਾਰੇ ਤੁਸੀਂ ਹੈ ਸੀ ਤੇ ਮਤਲਬ ਰੇੜ ਖੇੜ ਕੇ ਇਦਾਂ ਹੀ ਮਤਲਬ ਮੁਸ਼ਕਲ ਹਾਲਾਤ ਵਿੱਚ ਹੀ ਆਪਣਾ ਗੁਜ਼ਰ ਬਸਰ ਇਹਨੇ ਗੁਜ਼ਾਰਾ ਕਰ ਲਿਆ ਉਸ ਚੀਜ਼ ਦੇ। ਤੁਹਾਨੂੰ ਆਪਣਾ ਪਿੰਡ ਕਦੀ ਸੁਪਨੇ ਵਿੱਚ ਆਇਆ ਵਾ? ਨਹੀਂ ਜੀ, ਕਦੇ ਨਹੀਂ ਆਇਆ ਨਾ। ਮੈਂ ਸਾਰਾ ਨਕਸ਼ਾ ਮੇਰੇ ਸਾਹਮਣੇ ਏਡਾ ਹੈਗਾ। ਅੱਛਾ, ਤੇ ਉਦਾਂ ਕਦੀ ਦਿਲ ਕੀਤਾ ਕਿ ਆਪਣੇ ਪਿੰਡ ਜਾਈਏ ਜਾਂ ਉਹਨੂੰ ਦੇਖੀਏ ਜਿੱਥੇ ਤੁਹਾਡਾ ਜੰਮ ਪਾਲਾ? ਨਹੀਂ, ਮੈਂ ਤਾਂ ਜੋ ਬਚਪਨ 'ਚ ਹੈਗਾ, ਮੇਰੇ ਕੋਲ ਵਾਕਫੀ ਤਾਰਫ ਨਹੀਂ ਹੈਗਾ। ਦਿਲ ਤਾਂ ਕਰਦਾ ਜੇ ਕੋਈ ਉੱਥੇ ਬੰਦਾ ਜਾਂਦਾ ਵੀ ਫਲਾਂ ਦੋਸਤ ਮਿਲੇਗਾ, ਫਲਾਂ ਆਦਮੀ ਮਿਲੇਗਾ ਜਾਂ ਫਲਾਨਾ ਕਰ, ਲੇਕਿਨ ਮੈਂ ਇਹਦਾ ਤਾਂ ਕੋਈ ਛੋਟਾ ਜਿਹਾ ਬਚਪਨ 'ਚ ਆ ਗਏ ਆ, ਹੁਣ ਕੋਈ ਪਤਾ ਨਹੀਂ ਤੇ ਸਰਦਾ। ਮਕਾਨ ਦਾ ਕੋਈ ਨਕਸ਼ਾ ਤੁਹਾਡੇ ਜ਼ਿਹਨ 'ਚ ਕਿੱਦਾਂ ਵਾ? ਮਕਾਨ ਦਾ ਇੱਕ ਬਸ ਨਕਸ਼ਾ ਛੋਟਾ ਮੋਟਾ ਹੈਗਾ। ਇੱਕ ਕਮਰਾ ਸੀਗਾ, ਉਹਦੇ ਵਿੱਚੋਂ ਦੀ ਇੱਕ ਨਾ ਅਗਲੇ ਇੱਕ ਪਾਸੇ 2 ਕਮਰੇ ਜਿਹੇ ਸੀਗੇ, ਉਹਦੇ ਨਾਲ ਅੱਗੇ ਮਸਜਿਦ ਸੀਗੀ, ਤੇ ਦੋ ਕਮਰੇ ਉਰਲੇ ਪਾਸੇ ਸੀਗੇ, ਤੇ ਵਿਹੜਾ ਸੇਨ ਸੀਗਾ, ਬਸ ਇਹ ਚੀਜ਼ ਸੀਗੀ। ਅੱਛਾ, ਇਹ ਜਿਹੜਾ ਹੁਣ ਸਾਡੇ ਤਰ੍ਹਾਂ ਹੋਰ ਵੀ ਕਾਫੀ ਲੋਕ ਇਹ ਕੰਮ ਕਰ ਰਹੇ ਨੇ ਕਿ ਬਜ਼ੁਰਗਾਂ ਦੇ ਕੋਲੋਂ ਇੰਟਰਵਿਊ ਲੈਂਦੇ ਨੇ ਤਾਂ ਕਿ ਨਵੀਂ ਨਸਲ ਨੂੰ ਪਤਾ ਚੱਲੇ ਕਿ ਪਾਕਿਸਤਾਨ ਕਿਹੜੇ ਮੁਸ਼ਕਿਲ ਹਾਲਾਤ ਨਾਲ ਬਣਿਆ। ਕਿਆ ਇਹ ਕੰਮ ਠੀਕ ਅਸੀਂ ਕਰ ਰਹੇ ਹਾਂ? ਨਹੀਂ, ਕੰਮ ਤਾਂ ਤੁਹਾਡਾ ਬਹੁਤ ਅੱਛਾ ਹੈਗਾ। ਲੋਕਾਂ ਨੂੰ ਪਤਾ ਚੱਲੇ ਕਿ ਇਹ ਚੀਜ਼ ਹੈ, ਪਾਕਿਸਤਾਨ ਐਵੇਂ ਹਾਸਲ ਨਹੀਂ ਹੋ ਗਿਆ। ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਪਾਕਿਸਤਾਨ ਵਾਸਤੇ। ਇਹ ਤਾਂ ਲੱਖੋਂ ਖਾਹ ਕੁਰਬਾਨ ਹੋ ਗਏ, ਜਿਸ ਦੇ ਨਾਲ ਮੈਂ ਤਾਂ ਦੱਸ ਰਿਹਾ ਨਾ, ਹੁਣ ਮੈਂ ਤਾਦਾਦ ਨਹੀਂ ਦੱਸ ਸਕਦਾ। ਉਸ ਵਕਤ ਜਿਹੜੀ ਦਾਦੋ ਸ਼ੁਮਾਰ ਹੈ ਨਾ, ਅਫਸੋਸ ਹੈ ਕਿ ਪਾਕਿਸਤਾਨ ਵਾਲਿਆਂ ਨੇ ਵੀ ਉਹਦੇ ਦਾਦੋ ਸ਼ੁਮਾਰ ਸ਼ਾਇਦ ਘੱਟ ਇਕੱਠੇ ਕੀਤੇ ਹੋਣ, ਯਾਨੀ ਜਿਹੜੇ ਸ਼ਹੀਦ ਹੋਏ ਨੇ ਉਸ ਵੇਲੇ, ਜਿਹੜੇ ਸ਼ਹੀਦ ਹੋਏ ਨੇ ਇਲਾਕੇ 'ਤੇ। ਇਸ ਵਾਸਤੇ ਕਰਕੇ ਜਿਹੜੇ ਇੰਨੇ ਕਰੋੜ ਲੱਖਾਂ ਆਦਮੀ ਜਿੱਥੇ, ਫਿਰ ਸਭ ਤੋਂ ਜ਼ਿਆਦਾ ਹੈਗਾ ਕਿ ਖਵਾਤੀਨ ਦੀ ਬੇਇੱਜ਼ਤੀ ਕੀਤੀ ਗਈ ਹੈ। ਜਿਹੜੀ ਖਵਾਤੀਨ ਨੌਜਵਾਨ ਔਰਤਾਂ ਸੀ ਨਾ, ਉਹਨਾਂ ਨੂੰ ਉਠਾ ਕੇ ਸਿੱਖ ਲਿਆ ਗਿਆ। ਇਹਨਾਂ ਦਾ ਅੱਜ ਤੱਕ ਕੋਈ ਸਾਨੂੰ ਪਤਾ ਨਹੀਂ ਚੱਲ ਕਰਦਾ। ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਸਾਡੇ ਵਾਸਤੇ ਇਬਰਤਨਾਕ ਨੇ ਕਿ ਸਾਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਸੋਚੀਏ, ਔਰ ਸਾਨੂੰ ਚਾਹੀਦਾ ਹੈ ਕਿ ਉਹ ਜਿਸ ਮਕਸਦ ਵਾਸਤੇ ਹਾਸਲ ਕੀਤਾ ਕੰਮ, ਉਹ ਤਾਂ ਅਸੀਂ ਪੂਰਾ ਕਰੀਏ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਜਿਉਂਦੇ ਵਸਦੇ ਰਹੋ, ਖੁਸ਼ ਰਹੋ। ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਹੀ ਤੰਦਰੁਸਤੀ ਨਾਲ ਹਯਾਤ ਰੱਖੇ। ਤੇ ਇਹਦੇ ਨਾਲ ਹੀ ਸਾਡੀ ਹੁਣ ਅੱਜ ਦੀ ਵੀਡੀਓ ਦਾ ਵੇਲਾ ਮੁੱਕ ਰਿਹਾ ਵਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ, ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਤੇ ਸਾਡੇ ਚੈਨਲ ਵਿਰਸਾ ਵਲੌਗਸ ਨੂੰ ਸਬਸਕ੍ਰਾਈਬ ਵੀ ਕਰ ਲਿਓ। ਤੇ ਇਹਦੇ ਨਾਲ ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।